ਕੇਂਦਰ ਦੁਆਰਾ ਪਾਸ ਕੀਤੇ ਖੇਤੀਬਾੜੀ ਬਿੱਲਾਂ ਵਿਰੁੱਧ ਹੁਣ ਰੋਸ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਦੱਸ ਦਈਏ ਕਿ 25 ਸਤੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਗਿਆ ਤੇ ਇਸ ਦੇ ਨਾਲ ਹੀ 24 ਤੋਂ 26 ਸਤੰਬਰ ਤੱਕ ਕਿਸਾਨਾਂ ਦੁਆਰਾ ਰੇਲ ਰੋਕੋ ਅੰਦੋਲਨ ਵੀ ਕੀਤਾ ਜਾ ਸਕਦਾ ਹੈ। ਨਾਲ ਹੀ ਜੇਕਰ ਗੁਆਂਢੀ ਸੂਬੇ ਹਰਿਆਣੇ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ 'ਚ ਵੀ 20 ਸਤੰਬਰ ਨੂੰ ਸੜਕ ਰੋਕੋ ਅੰਦੋਲਨ ਦਾ ਐਲਾਨ ਕਰ ਦਿੱਤਾ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੁਆਰਾ ਜੋ ਰੋਸ ਮੁਜ਼ਾਹਰੇ ਨੇ ਉਹ ਤੇਜ਼ ਕੀਤੇ ਜਾ ਰਹੇ ਨੇ। ਸੋ ਹੁਣ ਐਲਾਨ ਕੀਤੇ ਜਾ ਰਹੇ ਨੇ, ਸੜਕ ਰੋਕੋ ਅੰਦੋਲਨ ਦੇ ਐਲਾਨ ਕੀਤੇ ਜਾ ਰਹੇ ਨੇ, ਰੇਲ ਰੋਕੋ ਅੰਦੋਲਨ ਦੇ ਐਲਾਨ ਕੀਤੇ ਜਾ ਰਹੇ ਨੇ, ਕਿਉਂਕਿ ਬੀਤੇ ਦਿਨੀ ਸੰਸਦ ਦੇ ਅੰਦਰ ਬਿੱਲ ਪਾਸ ਹੋ ਚੁੱਕਿਆ। ਉਸ ਤੋਂ ਬਾਅਦ ਹਾਲਾਂਕਿ ਇਸ ਤੇ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ, ਤਾਂ ਉਸ ਤੋਂ ਬਾਅਦ ਪੰਜਾਬ 'ਚ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੀ ਅਸਤੀਫਾ ਦੇ ਦਿੱਤਾ ਹੈ। ਸੋ ਇਸ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਇਹਨਾਂ ਬਿੱਲਾਂ ਨੂੰ। ਸੋ ਲਗਾਤਾਰ ਇਸ ਤੇ ਹੁਣ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਪਰ ਦੂਸਰੇ ਪਾਸੇ ਜੋ ਕਿਸਾਨ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰ ਰਹੇ ਨੇ, ਤਿੱਖਾ ਕਰ ਰਹੇ ਨੇ ਤੇ ਹੁਣ ਅੰਦੋਲਨ ਦਾ ਜੋ ਸਿਲਸਿਲਾ ਉਹ ਛਿੜ ਚੁੱਕਿਆ ਹੈ, ਕਿਉਂਕਿ ਜ਼ਿਆਦਾਤਰ ਜੋ ਆਪਾਂ ਕਹਿ ਸਕਦੇ ਹਾਂ ਕਿ ਇਸ ਦਾ ਜੋ ਸਿੱਧੇ ਤੌਰ ਤੇ ਅਸਰ ਪਏਗਾ ਉਹ ਪੰਜਾਬ ਤੇ ਹਰਿਆਣਾ 'ਚ ਪਏਗਾ। ਜਿਸ ਤਰ੍ਹਾਂ ਨਾਲ ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਬਿੱਲਾਂ ਨੂੰ ਹੋਂਦ 'ਚ ਲਿਆਂਦਾ ਗਿਆ, ਉਸ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਲਾਮਬੰਦ ਹੁੰਦੀਆਂ ਨਜ਼ਰ ਆ ਰਹੀਆਂ ਨੇ। ਸੋ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਸੋ ਨਾਲ ਹੀ ਤੁਹਾਨੂੰ ਦੱਸ ਦਈਏ ਕਿ 25 ਸਤੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਇਸ ਦੇ ਨਾਲ ਹੀ 24 ਤੋਂ 26 ਸਤੰਬਰ ਤੱਕ ਕਿਸਾਨ ਰੇਲ ਰੋਕੋ ਅੰਦੋਲਨ ਵੀ ਕਰ ਸਕਦੇ ਨੇ। ਇਸ ਦੇ ਨਾਲ ਇਸ ਖਬਰ ਤੇ ਹੋਰ ਸਾਂਝ ਪਾਉਣਗੇ ਸਾਡੇ ਨਾਲ ਚੰਡੀਗੜ੍ਹ ਤੋਂ ਸਾਡੇ ਸੀਨੀਅਰ ਸਹਿਯੋਗੀ ਵਨੀਤ ਕਪੂਰ ਲਾਈਵ ਜੁੜ ਚੁੱਕੇ ਨੇ। ਵਨੀਤ, ਲਗਾਤਾਰ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਹੁਣ ਤੇਜ਼ ਹੁੰਦਾ ਜਾ ਰਿਹਾ, ਹਾਲਾਂਕਿ ਖੇਤੀਬਾੜੀ ਬਿੱਲਾਂ ਦੇ ਵਿਰੁੱਧ ਸਿਆਸਤ ਵੀ ਭਖਦੀ ਹੋਈ ਨਜ਼ਰ ਆ ਰਹੀ ਹੈ ਸੂਬੇ ਦੇ ਅੰਦਰ, ਤਾਂ ਉਸ ਤੋਂ ਬਾਅਦ ਜੋ ਕਿਸਾਨ ਨੇ ਉਹ ਅੰਦੋਲਨ ਦੀ ਹੁਣ ਸ਼ੁਰੂਆਤ ਕਰਨ ਜਾ ਰਹੇ ਨੇ। बिल्कुल देखो गुरप्रीत, सीधे तौर पर जेकर आप गल करिए तो केंद्रीय खेतीबाड़ी बिलों को लैके ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਪੋਲੀਟੀਕਲ ਪਾਰਟੀਆਂ ਜਿੱਥੇ ਇਸ ਬਿੱਲਾਂ ਨੂੰ ਲੈ ਕੇ ਵਿਰੋਧ ਦਰਸਾ ਰਹੀਆਂ ਨੇ, ਅਸਤੀਫੇ ਦੇ ਰਹੀਆਂ ਨੇ, ਉੱਥੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਲਾਮਬੰਦ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪੰਜਾਬ ਦੀਆਂ 13 ਕਿਸਾਨ ਜਥੇਬੰਦੀਆਂ ਨੇ 25 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਰੈਲੀ ਕਰਨ ਦੀ ਘੋਸ਼ਣਾ ਕੀਤੀ ਹੈ। ਨਾਲੋਂ ਨਾਲ ਪੰਜਾਬ ਬੰਦ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ 25 ਤਰੀਕ ਤੋਂ ਪੰਜਾਬ ਬੰਦ ਕਰ ਦਿੱਤਾ ਜਾਏਗਾ ਇਸ ਆਰਡੀਨੈਂਸ ਦੇ ਵਿਰੋਧ ਦੇ ਵਿੱਚ। ਇਸੇ ਤਰ੍ਹਾਂ ਨਾਲ 24 ਤਰੀਕ ਤੋਂ 26 ਤਰੀਕ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ 24 ਤਰੀਕ ਤੋਂ ਲੈ ਕੇ 26 ਤਰੀਕ ਤੱਕ ਰੇਲ ਰੋਕੋ ਅੰਦੋਲਨ ਜਿਹੜੇ ਨੇ ਉਹ ਵੀ ਕੀਤੇ ਜਾ ਸਕਦੇ ਨੇ। ਇਸੇ ਤਰ੍ਹਾਂ ਨਾਲ ਹਰਿਆਣਾ ਦੀ ਗੱਲ ਕਰੀਏ ਤੇ ਹਰਿਆਣੇ ਦੀ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਵੀ ਐਲਾਨ ਕਰਦੀਆਂ ਹੋਈਆਂ ਨਜ਼ਰ ਆਈਆਂ ਨੇ ਕਿ 20 ਸਤੰਬਰ ਤੋਂ ਹਰਿਆਣੇ ਦੇ ਵਿੱਚ ਵੀ ਹਾਈਵੇ ਰੋਕੋ, ਸੜਕ ਰੋਕੋ ਅੰਦੋਲਨ ਜਿਹੜੇ ਨੇ ਉਹ ਕੀਤੇ ਜਾਣਗੇ। ਯਾਨੀ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਕੇਂਦਰੀ ਆਰਡੀਨੈਂਸਾਂ ਨੂੰ ਲੈ ਕੇ, ਬਿੱਲਾਂ ਨੂੰ ਲੈ ਕੇ ਲਗਾਤਾਰ ਲਾਮਬੰਦ ਹੋ ਰਹੀਆਂ ਨੇ ਔਰ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਆਹ ਆਰਡੀਨੈਂਸ ਜਿਹੜੇ ਨੇ ਕਿਸਾਨ ਮਾਰੂ ਨੇ, ਇਹਨਾਂ ਨਾਲ ਕਿਸਾਨੀ ਜਿਹੜੀ ਆ ਬਦਹਾਲੀ ਵੱਲ ਨੂੰ ਤੁਰੇਗੀ। ਇਸ ਕਰਕੇ ਆਰਡੀਨੈਂਸ ਜਿਹੜੇ ਨੇ ਇੱਕ ਸਿਰੇ ਤੋਂ ਰੱਦ ਕੀਤੇ ਜਾਣ, ਇਹਨਾਂ ਨੂੰ ਲਾਗੂ ਨਾ ਕੀਤਾ ਜਾਏ। ਇਸੇ ਕਰਕੇ ਆ ਰੋਸ਼ ਮੁਜ਼ਾਹਰੇ ਨੇ ਹੁਣ ਵੱਡੇ ਪੱਧਰ ਤੇ ਸ਼ੁਰੂ ਹੁੰਦੇ ਹੋਏ ਨਜ਼ਰ ਆਣਗੇ। ਜੀ ਵਨੀਤ, ਇਸ ਦੇ ਨਾਲ ਹੀ ਜੇਕਰ ਗੱਲ ਕਰ ਲਈਏ ਤਾਂ ਕੇਂਦਰੀ ਮੰਤਰੀ ਨਰਿੰਦਰ ਤੋਮਰ ਦੁਆਰਾ ਸਾਫ਼ ਸਪਸ਼ਟ ਲਫ਼ਜ਼ਾਂ 'ਚ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜੋ ਖੇਤੀਬਾੜੀ ਬਿੱਲ ਲਿਆਂਦੇ ਗਏ ਨੇ, ਜਿਸ ਨੇ ਇਸ ਦਾ ਵਿਰੋਧ ਕੀਤਾ ਉਹਦੇ ਲਈ ਵੀ ਬਹੁਤ ਧੰਨਵਾਦ, ਜਿਹੜੇ ਇਸ ਦੇ ਹਿਤੈਸ਼ੀ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤਾਂ ਉਸ ਦੇ ਜੋ ਉਹਨਾਂ ਦੇ ਬਿਆਨ ਤੇ ਆਖਿਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ 'ਚ ਇਸ ਪ੍ਰਤੀ ਰੋਸ ਪਾਇਆ ਜਾ ਰਿਹਾ। ਤਾਜ਼ਾ ਮਾਮਲਾ ਤੁਹਾਨੂੰ ਦੱਸ ਦੇਵਾਂ ਕਿ ਸ਼੍ਰੀ ਮੁਕਤਸਰ ਸਾਹਿਬ ਤੋਂ ਵੀ ਸਾਹਮਣੇ ਆਇਆ, ਜਿੱਥੇ ਇੱਕ ਕਿਸਾਨ ਦੁਆਰਾ ਇੱਕ ਸਲਫਾਸ ਦੀ ਗੋਲੀ ਨਿਗਲ ਲਈ ਗਈ ਹੈ। ਸੋ ਕੋਸ਼ਿਸ਼ ਕੀਤੀ ਗਈ ਆਤਮ ਹੱਤਿਆ ਕਰਨ ਦੀ ਇਹਨਾਂ ਬਿੱਲਾਂ ਖਿਲਾਫ। ਆਖਿਰ ਹੁਣ ਜੋ ਕਿਸਾਨਾਂ ਦੁਆਰਾ ਸੰਘਰਸ਼ ਹੈ ਉਹ ਹੋਰ ਤਿੱਖਾ ਹੁੰਦਾ ਜਾ ਰਿਹਾ। देखो बिल्कुल गुरप्रीत, सीधे तौर पर किसानों की गल करिए, किसानों को कोई ऑप्शन नहीं है। किसानी पहला बदहाली ਵੱਲ ਨੂੰ ਤੁਰੀ ਹੋਈ ਹੈ। ਕਿਸਾਨਾਂ ਦੇ ਉੱਪਰ ਪਹਿਲਾਂ ਬਹੁਤ ਵੱਡੀ ਸੰਖਿਆ ਦੇ ਵਿੱਚ ਕਰਜ਼ ਹੈ। ਕਈ ਕਿਸਾਨ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਨੇ ਸੁਸਾਈਡ ਤੱਕ ਕਰਦੇ ਹੋਏ ਨਜ਼ਰ ਆਏ ਨੇ। ਤੇ ਇਹੋ ਜਿਹੇ ਸਮਾਂ ਦੇ ਵਿੱਚ ਜਦੋਂ ਇਹ ਕਿਹਾ ਜਾਏ ਕਿ ਬਿੱਲ ਆ ਰਹੇ ਨੇ ਜਿਹਦੇ ਨਾਲ ਮੰਡੀਆਂ ਦਾ ਨਿੱਜੀਕਰਨ ਹੋਏਗਾ ਤੇ ਫਸਲਾਂ ਦੀ ਜਿਹੜੀ ਖਰੀਦ ਹੈ ਉਸ ਦੇ ਵਿੱਚ MSP ਤੇ ਲਾਈ ਜਾਏਗੀ, ਲੇਕਿਨ ਨਿੱਜੀ ਕੰਪਨੀਆਂ ਦੇ ਕੋਲ ਅਧਿਕਾਰ ਹੋਏਗਾ ਕਿ ਕਿਸ ਢੰਗ ਦੇ ਨਾਲ ਫਸਲਾਂ ਦੀ ਖਰੀਦ ਕਰਨੀ ਹੈ। ਤੇ ਫਿਰ ਕਿਸਾਨ ਕੀ ਕਰੂਗਾ? ਸੜਕਾਂ ਤੇ ਆ ਕੇ ਰੋਸ਼ ਮੁਜ਼ਾਹਰੇ ਕਰਕੇ
ਕਿਸਾਨ ਆਪਣਾ ਵਿਰੋਧ ਪ੍ਰਦਰਸ਼ਨ ਜਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਹੈ ਕਿਸਾਨਾਂ ਨੂੰ ਰਾਹਤ ਦਿੰਦੀ ਨਜ਼ਰ ਆਏ। ਘੱਟੋ ਘੱਟ ਇਨ ਬਿੱਲਾਂ ਦੇ ਉੱਪਰ ਉਹਨਾਂ ਦੇ ਜਿਹੜੇ ਸਵਾਲ ਨੇ, ਉਹਨਾਂ ਦੇ ਜਿਹੜੇ ਕਹਿ ਸਕਦੇ ਜਿਹੜੇ ਵੀ ਉਹਨਾਂ ਨੂੰ ਸਪਸ਼ਟੀਕਰਨ ਚਾਹੀਦਾ, ਉਹਨੂੰ ਘੱਟੋ ਘੱਟ ਸਪਸ਼ਟ ਕਰਨ ਕਿ ਕਿਆ ਵਾਕਿਆ ਹੀ ਕਣਕ ਦੀ ਖਰੀਦ ਜਿਹੜੀ ਹੈ, ਝੋਨੇ ਦੀ ਖਰੀਦ ਜਿਹੜੀ ਹੈ MSP ਤੇ ਹੋਏਗੀ ਜਿਸ ਢੰਗ ਦੇ ਨਾਲ ਪਹਿਲਾਂ ਹੁੰਦੀ ਹੋਈ ਨਜ਼ਰ ਆਉਂਦੀ ਸੀ, ਜਾਂ ਫਿਰ ਕਣਕ ਔਰ ਝੋਨੇ ਦਾ ਹਾਲ ਵੀ ਮੱਕੀ ਵਾਲਾ ਹੋਏਗਾ ਜਿਸ ਢੰਗ ਦੇ ਨਾਲ 1700 ਰੁਪਏ ਭਾਵੇਂ ਮੱਕੀ ਦਾ ਰੇਟ ਰੱਖਿਆ ਗਿਆ ਸੀ, MSP ਰੱਖੀ ਗਈ ਸੀ, ਲੇਕਿਨ ਮੱਕੀ ਦੀ ਖਰੀਦ ਕਿਸ ਢੰਗ ਦੇ ਨਾਲ ਹੋਈ? 500 ਰੁਪਇਆ, 600 ਰੁਪਇਆ, 700 ਰੁਪਇਆ ਪ੍ਰਤੀ ਕੁਇੰਟਲ ਮੱਕੀ ਦਾ ਕਿਸਾਨਾਂ ਨੂੰ ਮਿਲਿਆ, ਜਿਹੜੀ ਉਹਨਾਂ ਦੀ ਲਾਗਤ ਮੁੱਲ ਤੋਂ ਵੀ ਘੱਟ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ। ਜੇ ਇਹੋ ਜਿਹਾ ਸਮਾਂ ਆਏਗਾ ਔਰ ਦੇਸ਼ ਦਾ ਪੇਟ ਭਰਨ ਵਾਲਾ ਪੰਜਾਬ ਦਾ ਕਿਸਾਨ ਜਦ ਬਦਹਾਲੀ ਵੱਲ ਨੂੰ ਤੁਰੇਗਾ, ਉਸ ਨੂੰ ਲੱਗੇਗਾ ਕਿ ਉਸ ਲਈ ਫਸਲਾਂ ਹੁਣ ਉਸ ਨੂੰ ਫਾਇਦਾ ਨਹੀਂ ਪਹੁੰਚਾਉਣਗੀਆਂ ਬਲਕਿ ਨੁਕਸਾਨ ਦੇਣਗੀਆਂ, ਤੇ ਫਿਰ ਕਿਸਾਨ ਕੋਲ ਕੋਈ ਆਪਸ਼ਨ ਨਹੀਂ ਹੈ। ਇਸੇ ਕਰਕੇ ਕਿਸਾਨ ਆਪਣੇ ਬੱਚੇ ਲੈ ਕੇ, ਆਪਣੇ ਪਰਿਵਾਰ ਲੈ ਕੇ ਸੜਕਾਂ ਤੇ ਉਤਰ ਰਹੇ ਨੇ, ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਲੇਕਿਨ ਇੱਕ ਵੱਡੀ ਹੈਰਤ ਦੀ ਗੱਲ ਹੈ ਕਿ ਇਨ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਵੀ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਹੈ ਆਪਣਾ ਤਾਨਾਸ਼ਾਹ ਰਵੱਈਆ ਅਖਤਿਆਰ ਕਰਦੀ ਨਜ਼ਰ ਆ ਰਹੀ ਹੈ। ਹਜੇ ਵੀ ਸਪਸ਼ਟੀਕਰਨ ਨਹੀਂ ਦਿੱਤਾ ਜਾ ਰਿਹਾ, ਨਾ ਹੀ ਕਿਹਾ ਜਾ ਰਿਹਾ ਕਿ ਇਹੋ ਜਿਹਾ ਕੋਈ ਕਾਨੂੰਨ ਵੀ ਇਨ ਬਿੱਲਾਂ ਦੇ ਨਾਲ ਲਾਗੂ ਕੀਤਾ ਜਾਏਗਾ ਕਿ ਜੋ ਵੀ ਪ੍ਰਾਈਵੇਟ ਕੰਪਨੀ ਕਿਸਾਨ ਦੀ ਫਸਲ ਨੂੰ MSP ਤੋਂ ਘੱਟ ਖਰੀਦਦੀ ਹੈ ਤੇ ਫਿਰ ਉਸ ਦੇ ਖਿਲਾਫ ਮਾਮਲੇ ਦਰਜ ਹੋਣਗੇ। ਕੱਲਾ ਆਹੀ ਸਪਸ਼ਟੀਕਰਨ ਤੇ ਕਿਸਾਨ ਚਾਹੁੰਦੇ ਨੇ ਕਿ ਤੁਸੀਂ ਆਹ ਸਪਸ਼ਟੀਕਰਨ ਦੇ ਦਿਓ ਕਿ ਅਗਰ MSP ਤੇ ਫਸਲ ਦੀ ਖਰੀਦ ਨਹੀਂ ਹੁੰਦੀ, ਜਿਹੜੀ ਕੰਪਨੀ ਨਹੀਂ ਕਰਦੀ, ਤੇ ਉਸ ਦੇ ਖਿਲਾਫ ਮਾਮਲਾ ਦਰਜ ਕਰਾਇਆ ਜਾਏਗਾ। ਕਿੰਨੀ ਕੁ ਵੱਡੀ ਗੱਲ ਹੈ। ਲੇਕਿਨ ਹਜੇ ਵੀ ਇਸ ਨੂੰ ਲੈ ਕੇ ਕਿਸਾਨ ਜਿਹੜੇ ਰੋਸ਼ ਕਰ ਰਹੇ ਨੇ, ਲੇਕਿਨ ਕੇਂਦਰ ਸਪਸ਼ਟੀਕਰਨ ਦੇਣ ਨੂੰ ਤਿਆਰ ਨਹੀਂ ਹੈ। ਤਰ੍ਹਾਂ ਤਰ੍ਹਾਂ ਦੀ ਜੇਕਰ ਸਿਆਸਤ ਦੀ ਗੱਲ ਕਰ ਲਈਏ ਤਾਂ ਕਿਸਾਨੀ ਹੁਣ ਜੋ ਸਿਆਸਤ ਤੇ ਭਾਰੂ ਪੈਂਦੀ ਹੋਈ ਨਜ਼ਰ ਆ ਰਹੀ ਹੈ। ਸੋ ਲੰਬੇ ਅਰਸੇ ਤੋਂ ਜੋ ਗੱਠਜੋੜ ਚੱਲ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਤੇ BJP ਦਾ, ਉਸ ਦੇ ਉੱਪਰ ਕਿਸਾਨੀ ਹੁਣ ਭਾਰੂ ਪੈਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਵੀ ਇੱਕ ਵਿਧਾਇਕ ਨੇ, ਕੁਲਜੀਤ ਸਿੰਘ ਨਾਗਰਾ ਨੇ ਅਸਤੀਫਾ ਦੇ ਦਿੱਤਾ। ਤਾਂ ਰੇੜਕਾ 2022 ਵਿਧਾਨ ਸਭਾ ਚੋਣਾਂ ਨਾਲ ਆਪਾਂ ਜੋੜ ਕੇ ਜੇਕਰ ਦੇਖੀਏ ਤਾਂ ਕਿਸਾਨ ਹਿਤੈਸ਼ੀ ਖਵਾਉਣ ਵਾਲੇ ਲੋਕਾਂ ਦੁਆਰਾ ਹੁਣ ਸਿਆਸਤ ਲਗਾਤਾਰ ਬਰਕਰਾਰ ਹੈ, ਪਰ ਆਖਿਰ ਕਿਤੇ ਨਾ ਕਿਤੇ ਅਖੀਰ 'ਚ ਪਿਸਣਾ ਉਹ ਕਿਸਾਨ ਨੇ ਹੀ ਪਿਸਣਾ। ਦੇਖੋ ਸਿੱਧੇ ਤੌਰ ਤੇ ਗੁਰਪ੍ਰੀਤ, ਅਗਰ ਆਪਾਂ ਕਿਸਾਨ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਪੰਜਾਬ ਦੀ ਸਿਆਸਤ ਦੀ ਗੱਲ ਕਰੀਏ, ਤੇ ਜਦ ਵੀ ਕੋਈ ਕਿਸਾਨ ਮਾਰੂ ਫੈਸਲਾ ਹੋਇਆ, ਜਦ ਵੀ ਕੋਈ ਪੰਜਾਬ ਮਾਰੂ ਫੈਸਲਾ ਹੋਇਆ, ਤੇ ਇੱਥੇ ਹਰ ਇੱਕ ਪੋਲੀਟੀਕਲ ਪਾਰਟੀ ਇਕੱਠੀ ਹੁੰਦੀ ਨਜ਼ਰ ਆਈ ਹੈ, ਹਰ ਇੱਕ ਕਿਸਾਨ ਜਿਹੜਾ ਉਹ ਇਕੱਠਾ ਹੁੰਦਾ ਨਜ਼ਰ ਆਇਆ, ਵਿਰੋਧ ਕਰਦਾ ਨਜ਼ਰ ਆਇਆ। ਔਰ ਸਿੱਧੇ ਤੌਰ ਤੇ ਕੁਲਜੀਤ ਸਿੰਘ ਨਾਗਰਾ ਨੇ ਜਿਹੜਾ ਅਸਤੀਫਾ ਦਿੱਤਾ ਹੈ, ਉਸ ਅਸਤੀਫੇ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਜ਼ਰੂਰ ਅਸਤੀਫਾ ਦਿੱਤਾ ਹੈ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨ ਦੀ ਲੋੜ ਹੈ ਕਿ ਉਹਨਾਂ ਦੀ ਰਣਨੀਤੀ ਕੀ ਹੋਏਗੀ ਅਗਲੀ, ਕਿਉਂਕਿ ਲੋਕ ਸਭਾ ਦੇ ਵਿੱਚ ਆਰਡੀਨੈਂਸ ਪਾਸ ਹੋ ਚੁੱਕੇ ਨੇ, ਰਾਜ ਸਭਾ ਦੇ ਵਿੱਚ ਪੇਸ਼ ਕੀਤੇ ਜਾ ਰਹੇ ਨੇ, ਜੋ ਉੱਥੇ ਵੀ ਪਾਸ ਹੋ ਜਾਂਦੇ ਨੇ, ਕਾਨੂੰਨ ਬਣ ਜਾਂਦਾ ਹੈ, ਤੇ ਫਿਰ ਸੂਬਾ ਸਰਕਾਰ ਕੋਲ ਕਿਆ ਉਸ ਕਾਨੂੰਨ ਨੂੰ ਰੋਕਣ ਦਾ ਅਧਿਕਾਰ ਹੋਏਗਾ? ਇਸ ਕਰਕੇ ਸਟੈਂਡ ਸਾਰਿਆਂ ਨੂੰ ਸਪਸ਼ਟ ਕਰਨਾ ਹੋਏਗਾ, ਕੇਂਦਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨੀ ਹੋਏਗੀ ਤਾਂ ਕਿ ਕਿਸਾਨੀ ਨੂੰ ਬਚਾਇਆ ਜਾ ਸਕੇ, ਕਿਸਾਨਾਂ ਨੂੰ ਬਚਾਇਆ ਜਾ ਸਕੇ। ਵਿੱਚ ਸੀ ਕਿਉਂਕਿ ਜਿਸ ਢੰਗ ਦੇ ਨਾਲ ਲਗਾਤਾਰ ਕਿਸਾਨਾਂ ਤੇ ਕਰਜ਼ ਵੱਧਦਾ ਹੋਇਆ ਨਜ਼ਰ ਆ ਰਿਹਾ ਸੀ। ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਕੇਂਦਰ 'ਚ ਵਜ਼ੀਰ ਸਨ ਬੀਬਾ ਹਰਸਿਮਰਤ ਕੌਰ ਬਾਦਲ, ਤਾਂ ਜਦੋਂ ਆਰਡੀਨੈਂਸਾਂ ਨੂੰ ਅਮਲ 'ਚ ਲਿਆਂਦਾ ਗਿਆ ਤਾਂ ਉਸ ਵਕਤ ਹਾਲਾਂਕਿ ਹਰਸਿਮਰਤ ਕੌਰ ਬਾਦਲ ਦੀ ਸਹਿਮਤੀ ਸੀ ਜਾਂ ਨਹੀਂ, ਇਸ ਬਾਰੇ ਹਾਲੇ ਸਪਸ਼ਟ ਨਹੀਂ ਹੋਇਆ ਉਸ ਵਕਤ ਦੀ, ਪਰ ਹਰਸਿਮਰਤ ਕੌਰ ਬਾਦਲ ਨੇ ਜ਼ਰੂਰ ਸਪਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਦਾ ਪੱਖ ਲੈਣਾ ਬੇਹੱਦ ਲਾਜ਼ਮੀ ਸੀ। ਤਾਂ ਸ਼ਾਇਦ ਜੋ ਵਿਰੋਧੀ ਪਾਰਟੀਆਂ ਨੇ ਉਹ ਹੁਣ ਇਹ ਕਹਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਉਹਨਾਂ ਦੇ ਉੱਪਰ ਦਬਾਅ ਪੈਂਦਾ ਹੋਇਆ ਨਜ਼ਰ ਆ ਰਿਹਾ ਸੀ, ਉਸ ਤੋਂ ਬਾਅਦ ਉਹਨਾਂ ਨੇ ਵਜ਼ਾਰਤ ਛੱਡੀ ਹੈ, ਪਰ ਹਰਸਿਮਰਤ ਕੌਰ ਬਾਦਲ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸਾਨ ਪੰਜਾਬ ਦੀ ਧੀ ਹੈ, ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ। ਦੇਖੋ ਗੁਰਪ੍ਰੀਤ, ਹੈ ਤੇ ਉਹੀ ਕਹਾਵਤ ਹੋ ਗਈ ਕਿ ਪਹਿਲਾਂ ਗਰਦਨ ਕਟਾ ਦਿਓ, ਉਸ ਤੋਂ ਬਾਅਦ ਚੀਤੀ 'ਤੇ ਖੂਨ ਲਾ ਕੇ ਸ਼ਹੀਦ ਹੋਣ ਦੀ ਗੱਲ ਕਰੋ। ਕਿਉਂਕਿ ਜਦੋਂ ਆਰਡੀਨੈਂਸ ਜਿਹੜੇ ਨੇ ਕੈਬਨਿਟ ਦੇ ਵਿੱਚ ਆਏ ਸੀ, ਉਸ ਸਮਾਂ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਕੈਬਨਿਟ ਦਾ ਹਿੱਸਾ ਸੀ, ਅਸਤੀਫਾ ਉਸੇ ਸਮਾਂ ਦੇਣਾ ਬਣਦਾ ਸੀ। ਲੱਗਿਆ ਸੀ ਕਿ ਕਿਸਾਨ ਮਾਰੂ ਬਿੱਲ ਨੇ, ਕਿਸਾਨ ਮਾਰੂ ਆਰਡੀਨੈਂਸ ਨੇ, ਤੇ ਉਸ ਸਮਾਂ ਕਿਉਂ ਵਿਰੋਧ ਨਹੀਂ ਜਤਾਇਆ, ਉਸ ਸਮਾਂ ਕਿਉਂ ਅਸਤੀਫਾ ਨਹੀਂ ਦਿੱਤਾ? ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਟੇਟਮੈਂਟਾਂ ਜਾਰੀ ਹੁੰਦੀਆਂ ਰਹੀਆਂ, ਵੱਖ-ਵੱਖ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਔਰ ਛਾਤੀ ਠੋਕ ਕੇ ਕਹਿੰਦੇ ਸੀ, NB ਨਿਊਜ਼ ਨਾਲ ਵੀ ਜਦ ਗੱਲਬਾਤ ਹੋਈ ਸੀ ਤੇ ਕਹਿੰਦੇ ਸੀ ਕਿ MSP ਤੇ ਅਗਰ ਫਸਲਾਂ ਦੀ ਖਰੀਦ ਨਹੀਂ ਹੋਏਗੀ ਤੇ ਮੈਂ ਹਰ ਤਰ੍ਹਾਂ ਦਾ ਤਿਆਗ ਕਰ ਦੂੰਗਾ। ਯਾਨੀ ਉਸ ਸਮੇਂ ਵੀ ਸਟੈਂਡ ਲੈ ਕੇ ਖੜੇ ਸੀ ਕਿ ਹਾਂ ਆਰਡੀਨੈਂਸ ਜਿਹੜੇ ਨੇ ਕਿਸਾਨ ਮਾਰੂ ਨਹੀਂ ਨੇ। ਦੂਜੇ ਪਾਸੇ ਜੇਕਰ ਗੱਲ ਕਰੀਏ ਹੁਣ ਜਿਸ ਢੰਗ ਦੇ ਨਾਲ ਕਿਸਾਨਾਂ ਨੇ ਵੱਡੇ ਰੋਸ਼ ਮੁਜ਼ਾਹਰੇ ਕੀਤੇ ਨੇ, ਕਿਸਾਨਾਂ ਨੇ ਆ ਤੱਕ ਕਹਿ ਦਿੱਤਾ ਕਿ ਜਿਹੜੀ ਵੀ ਪੋਲੀਟੀਕਲ ਪਾਰਟੀਆਂ ਇਨ ਬਿੱਲਾਂ ਦਾ ਸਮਰਥਨ ਕਰਨਗੀਆਂ ਉਹਨਾਂ ਦਾ ਪਿੰਡਾਂ ਦੇ ਵਿੱਚ ਵੜਨਾ ਮੁਸ਼ਕਿਲ ਕਰ ਦਿਆਂਗੇ, ਉਹਨਾਂ ਦੇ ਨੁਮਾਇੰਦੇ ਪਿੰਡਾਂ ਦੇ ਵਿੱਚ ਨਹੀਂ ਜਾ ਸਕਣਗੇ, ਜਿਸ ਤੋਂ ਬਾਅਦ ਹਾਰ ਕੇ ਅਕਾਲੀ ਦਲ ਨੂੰ ਆਪਣਾ ਸਟੈਂਡ ਜਿਹੜਾ ਉਹ ਸਪਸ਼ਟ ਕਰਨਾ ਪਿਆ। ਇਸੇ ਕਰਕੇ ਪੋਲੀਟੀਕਲ ਪਾਰਟੀਆਂ ਉਹਨਾਂ ਤੇ ਨਿਸ਼ਾਨਾ ਸਾਧ ਰਹੀਆਂ ਨੇ ਕਿ ਕਿਉਂ ਜਿਸ ਸਮਾਂ ਆਰਡੀਨੈਂਸ ਬਣਾਏ ਜਾ ਰਹੇ ਸੀ ਉਸ ਸਮਾਂ ਰੁਖ ਸਾਫ਼ ਨਹੀਂ ਕੀਤਾ। ਹਾਲਾਂਕਿ
ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰੀਏ, ਉਹਨਾਂ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਕਿਉਂਕਿ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਸ ਸਮਾਂ ਇਨ ਆਰਡੀਨੈਂਸਾਂ ਨੂੰ ਲੈ ਕੇ ਜਾਂ ਫਿਰ ਕਿਸਾਨੀ ਨੂੰ ਲੈ ਕੇ ਬੈਠਕਾਂ ਹੋ ਰਹੀਆਂ ਸੀ ਤੇ ਉਸ ਦਾ ਹਿੱਸਾ ਸੀ ਕੈਪਟਨ ਅਮਰਿੰਦਰ ਸਿੰਘ ਔਰ ਖਜ਼ਾਨਾ ਮੰਤਰੀ। ਕਿਉਂ ਇਹਨਾਂ ਨੇ ਵੀ ਇਤਰਾਜ਼ ਨਹੀਂ ਜਤਾਇਆ ਕਿ ਅਗਰ ਇਹ ਲੱਗਦਾ ਸੀ ਕਿ ਕਿਸਾਨ ਮਾਰੂ ਆਰਡੀਨੈਂਸ ਹੋਣਗੇ? ਵੱਡਾ ਸਵਾਲ ਹੈ, ਸਿਆਸਤ ਬਥੇਰੀ ਹੋ ਰਹੀ ਹੈ, ਲੇਕਿਨ ਆਖਿਰ ਕਿਸਾਨਾਂ ਨੂੰ ਰਾਹਤ ਕਦ ਮਿਲੇਗੀ, ਇਹ ਵੇਖਣ ਵਾਲੀ ਗੱਲ ਰਹੂਗੀ। ਬਿਲਕੁਲ ਵਿਨੀਤ, ਕਿਸਾਨਾਂ ਨੂੰ ਰਾਹਤ ਕਦੋਂ ਮਿਲੂਗੀ, ਕਿਉਂਕਿ ਲਗਾਤਾਰ ਖੁਦਕੁਸ਼ੀਆਂ ਦਾ ਸ਼ਿਕਾਰ ਹੁੰਦਾ ਹੈ, ਕਰਜ਼ੇ ਦੇ ਬੋਝ ਥੱਲੇ ਮਰਦਾ ਹੋਇਆ ਕਿਸਾਨ ਨਜ਼ਰ ਆ ਰਿਹਾ। ਹਾਲਾਂਕਿ ਪੂਰੇ ਜੋ ਸੰਸਾਰ ਦਾ ਢਿੱਡ ਭਰਦਾ ਕਿਸਾਨ, ਪਰ ਉਸ ਤੋਂ ਬਾਅਦ ਵੀ ਕਿਸਾਨੀ ਮੁੱਦੇ ਨੂੰ ਲੈ ਕੇ ਹੁਣ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸੋ ਵਿਨੀਤ, ਤੁਹਾਡਾ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇਣ ਦੇ ਲਈ, ਤਮਾਮ ਗੱਲਬਾਤ ਕਰਨ ਦੇ ਲਈ। ਤਾਂ ਹੁਣ ਜੋ ਕਿਸਾਨੀ ਦੇ ਉੱਪਰ, ਜੋ ਕਿਸਾਨੀ ਹੈ, ਉਹ ਸਿਆਸਤ ਦੇ ਉੱਪਰ ਭਾਰੂ ਪੈਂਦੀ ਹੋਈ ਨਜ਼ਰ ਆ ਰਹੀ ਹੈ। देश दुनिया की खबरों के लिए ANB न्यूज को सब्सक्राइब करें और बेल आइकन दबाएं।